स्वागत है पीटीसी न्यूज़ ਦੇ ਵਿਸਥਾਰ ਦਰਸ਼ਕਾਂ ਦਾ। मैं हरप्रीत ਸਿੰਘ एक अहम खबर लैके ਤੁਹਾਡੇ ਸਾਹਮਣੇ ਹਾਜ਼ਰ ਹਾਂ। ਇਹ ਖਬਰ ਉਹਨਾਂ ਲੋਕਾਂ ਲਈ ਬੜੀ ਖਾਸ ਹੈ ਜਿਨ੍ਹਾਂ ਦਾ ਕੰਮ ਧੰਦਾ ਜ਼ਮੀਨ ਦੇ ਨਾਲ ਜੁੜਿਆ ਹੋਇਆ, ਪ੍ਰਾਪਰਟੀ ਦੇ ਨਾਲ ਜੁੜਿਆ ਹੋਇਆ, ਖਰੀਦੋ ਫਰੋਖਤ ਦੇ ਨਾਲ ਜੁੜਿਆ ਹੋਇਆ, ਜਾਂ ਫਿਰ ਇਹ ਖਬਰ ਉਹਨਾਂ ਲੋਕਾਂ ਲਈ ਵੀ ਖਾਸ ਹੈ ਜਿਨ੍ਹਾਂ ਨੇ ਆਪਣੀ कोई फ्लैट लिया, कोई जमीन ली है जिसकी रजिस्ट्री नहीं हो रही, NOC का रेड़का पिया होया। उन्होंने सब के लिए एक वड्डी खबर लैके तुहाडे सामने हाज़र हुई। पंजाब सरकार ने एक वड्डा ऐलान किया, एक राहत देने की कोशिश की है, पर जिथे असल दे विच राहत चाहिए सी उत्थे कोई राहत नहीं दी। किवें राहत नहीं दी, की राहत दी है और रजिस्ट्रियां ना होने करके कितना को घाटा पंजाब सरकार के रेवन्यू डिपार्टमेंट नूं पै रहा है, तमाम जानकारी एक एक करके तुहाडे सामने लैके हाज़र हुए हैं। दरअसल पंजाब के 5773 5773 पिंडां नूं NOC तो छुटकारा मिल गया। 22 ਜ਼ਿਲ੍ਹਿਆਂ ਦੇ 5773 ਪਿੰਡਾਂ ਨੂੰ ਰੈਵਨਿਊ ਲੈਂਡ ਦੀ ਰਜਿਸਟਰੀ ਲਈ NOC ਲੈਣ ਤੋਂ ਛੋਟ ਮਿਲੀ ਹੈ। ਹੁਣ ਤੁਹਾਨੂੰ ਮੋਟੀ ਜੀ ਜਾਣਕਾਰੀ ਪਹਿਲਾਂ ਦੱਸ ਦਈਏ ਅੱਗੇ ਵਧਣ ਤੋਂ ਪਹਿਲਾਂ। ਦਰਅਸਲ ਪੰਜਾਬ ਸਰਕਾਰ ਨੇ ਇੱਕ ਐਲਾਨ ਕਰ ਦਿੱਤਾ ਸੀ ਕੁਝ ਸਮਾਂ ਪਹਿਲਾਂ ਕਿ ਜਿਨ੍ਹਾਂ ਨੇ ਵੀ ਐਗਰੀਕਲਚਰ ਲੈਂਡ ਨੂੰ ਡੋਮੈਸਟਿਕ ਲੈਂਡ ਦੇ ਵਿੱਚ ਤਬਦੀਲ ਕੀਤਾ, ਕੋਈ ਫਲੈਟ ਬਣਾਏ ਨੇ, ਕਿਸੇ ਵੀ ਤਰ੍ਹਾਂ ਦੀ ਇਮਾਰਤਸਾਜ਼ੀ ਕੀਤੀ ਹੈ, ਤਾਂ ਉਹਨਾਂ ਨੂੰ ਰਜਿਸਟਰੀ ਕਰਾਉਣ ਦੇ ਲਈ NOC ਲੈਣੀ ਪਏਗੀ, ਭਾਵੇਂ ਉਹ ਨਗਰ ਪਾਲਿਕਾ ਹੋਵੇ, ਨਗਰ ਨਿਗਮ ਹੋਵੇ। ਜੇਕਰ ਉਹ ਅੰਡਰ ਆਉਂਦਾ ਨਗਰ ਪਾਲਿਕਾ ਦੇ ਏਰੀਆ ਤਾਂ ਨਗਰ ਪਾਲਿਕਾ ਤੋਂ ਲਓ, ਜੇ ਨਗਰ ਨਿਗਮ ਦੇ ਅੰਡਰ ਆਉਂਦਾ ਤਾਂ ਨਗਰ ਨਿਗਮ ਤੋਂ ਲਓ, ਉਹ NOC ਲੈਣੀ ਪਏਗੀ। NOC ਨਹੀਂ ਮਿਲ ਰਹੀ ਸੀ, ਜਿਸ ਦੇ ਕਰਕੇ ਰਜਿਸਟਰੀਆਂ ਦਾ ਕੰਮ ਹੈ ਜਿਹੜਾ ਉਹ ਖੜਿਆ ਪਿਆ ਸੀਗਾ। ਹੁਣ ਸਰਕਾਰ ਨੇ NOC ਦੀ ਸ਼ਰਤ ਹਟਾ ਦਿੱਤੀ ਹੈ, ਪਰ ਕੁਝ ਜ਼ਿਲ੍ਹਿਆਂ ਦੇ ਵਿੱਚ ਤੇ ਕੁਝ ਪਿੰਡਾਂ ਦੇ ਵਿੱਚ, ਮੁਕੰਮਲ ਪੰਜਾਬ ਦੇ ਵਿੱਚੋਂ ਇਹ ਸ਼ਰਤ ਨਹੀਂ ਹਟਾਈ ਗਈ। ਕੁਝ ਜ਼ਿਲ੍ਹਿਆਂ ਤੇ ਕੁਝ ਪਿੰਡਾਂ ਤੋਂ ਇਹ ਸ਼ਰਤ ਹਟਾਈ ਗਈ ਹੈ। ਅੱਗੇ ਜਾ ਕੇ ਤੁਹਾਨੂੰ ਦੱਸਦੇ ਹਾਂ ਕਿੱਥੇ ਕਿੱਥੇ ਸ਼ਰਤ ਹਟੀ ਹੈ। ਦਰਅਸਲ ਰੈਵਨਿਊ ਲੈਂਡ ਦੀ ਰਜਿਸਟਰੀ ਲਈ NOC ਲੈਂਡ ਤੋਂ ਛੋੜ ਦਿੱਤੀ ਗਈ ਹੈ। ਪ੍ਰਮੁੱਖ ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। NOC ਤੋਂ ਇਲਾਵਾ ਬਾਕੀ ਸ਼ਰਤਾਂ ਪਹਿਲਾਂ ਵਾਂਗੂ ਹੀ ਰਹਿਣਗੀਆਂ। ਇਹ ਲਾਈਨ ਖਾਸ ਤੌਰ ਤੇ ਲਿਖੀ ਵੀ ਹੈ। ਇਹ ਕਿਉਂ ਲਿਖੀ ਹੈ ਵੀ ਤੁਹਾਨੂੰ ਦੱਸ ਦਿੰਦੇ। ਦਰਅਸਲ ਪੰਜਾਬ ਸਰਕਾਰ ਨੇ ਕਿਹਾ ਸੀਗਾ ਕਿ ਇੱਕ ਥਾਂ ਦੇ ਉੱਤੇ ਜਦੋਂ ਤੁਸੀਂ दो फ्लैट बनाते हो, यानी कि ग्राउंड +2 फ्लैट बनाते हो, G+2 बनाते हो या स्टिल्ट +3 बनाते हो, तो हरेक फ्लैट का नक्शा अलग अलग पास होएगा। हरेक फ्लैट का नक्शा तुहानूं अप्रूव कराना पेगा। इक्को नक्शे दे विच तीनों फ्लैट तुसीं नहीं बना सकते। ये शर्त हाले भी कायम रखी गई है। ये बिल्कुल साफ इस नोटिफिकेशन दे विच है। पिंडां दे विच ਜ਼ਮੀਨ ਦੀ रजिस्ट्री कराउण तो पहलां लाइसेंस लेना लाजमी सी। NOC की समस्या कारण रुकियां पईयां सी ਜ਼ਮੀਨਾਂ ਦੀਆਂ रजिस्ट्रियां। ਸਮਰੱਥ ਅਥਾਰਟੀ ਤੋਂ NOC ਪ੍ਰਾਪਤ ਨਾ ਹੋਣ ਤੇ ਰਜਿਸਟਰੀ ਨਹੀਂ ਹੋ ਪਾ ਰਹੀ ਸੀ। ਜਿਵੇਂ ਮੈਂ ਪਹਿਲਾਂ ਕਿਹਾ ਕਿ ਕੋਈ ਵੀ ਅਥਾਰਟੀ ਸੀ ਉੱਥੋਂ NOC ਮਿਲਣੀ ਬੜੀ ਔਖੀ ਹੋ ਰਹੀ ਸੀ, ਜਿਸ ਦੇ ਕਰਕੇ ਰਜਿਸਟਰੀਆਂ ਦਾ ਕੰਮ ਰੁਕਿਆ ਹੋਇਆ ਸੀ। ਅਣ ਅਧਿਕਾਰਤ ਕਲੋਨੀਆਂ ਦੇ ਵਿੱਚ ਰਜਿਸਟਰੀ ਕਰਾਉਣ ਦੇ ਵਿੱਚ ਭਾਰੀ ਮੁਸ਼ਕਲ ਆ ਰਹੀ ਸੀ। ਸੋ ਹੁਣ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਛੋੜ ਦਿੱਤੀ ਗਈ ਆ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ, ਜ਼ਿਲ੍ਹਾ ਵਾਈਜ਼ ਦੱਸ ਦਿੰਦੇ ਹਾਂ। ਪਹਿਲਾਂ ਸਭ ਤੋਂ ਪਹਿਲਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪਿੰਡਾਂ ਦੀ ਗਿਣਤੀ 385 ਪਿੰਡਾਂ ਨੂੰ ਰਾਹਤ ਮਿਲੀ ਹੈ। ਬਠਿੰਡਾ ਦੇ ਵਿੱਚ 94 ਪਿੰਡਾਂ ਨੂੰ ਰਾਹਤ ਮਿਲੀ ਹੈ। ਹੁਸ਼ਿਆਰਪੁਰ ਦੇ ਵਿੱਚ 902 ਪਿੰਡਾਂ ਨੂੰ ਰਾਹਤ ਮਿਲੀ ਹੈ। ਜਲੰਧਰ ਦੇ ਵਿੱਚ 359 ਪਿੰਡਾਂ ਨੂੰ, ਮਾਨਸਾ ਦੇ ਵਿੱਚ 137, SBS ਨਗਰ 152, ਲੁਧਿਆਣਾ 346, ਤਰਨਤਾਰਨ 260, ਮੋਗਾ 120, ਪਠਾਨਕੋਟ 191, ਫਤਿਹਗੜ੍ਹ ਸਾਹਿਬ 268, ਬਰਨਾਲਾ 66, ਸੰਗਰੂਰ 172, ਮਲੇਰਕੋਟਲਾ 69, ਫਾਜ਼ਿਲਕਾ 221, ਕਪੂਰਥਲਾ 305, ਸ੍ਰੀ ਮੁਕਤਸਰ ਸਾਹਿਬ 118, ਫਰੀਦਕੋਟ 113, ਰੂਪਨਗਰ 257, ਗੁਰਦਾਸਪੁਰ 479, ਪਟਿਆਲਾ 507 ਤੇ ਫਿਰੋਜ਼ਪੁਰ 252। ਹੁਣ ਇਸ ਪੂਰੀ ਲਿਸਟ ਦੇ ਵਿੱਚ ਇੱਕ ਅਚੰਭੇ ਵਾਲੀ ਗੱਲ ਜਿਹੜੀ ਨਜ਼ਰ ਆ ਰਹੀ ਹੈ, ਉਹ ਸਭ ਨੂੰ ਹੈਰਾਨ ਕਰ ਰਹੀ ਹੈ ਕਿ ਇਸ ਪੂਰੀ ਲਿਸਟ ਦੇ ਵਿੱਚ ਮੋਹਾਲੀ ਦਾ ਨਾਮ ਹੀ ਨਹੀਂ ਹੈ, ਜ਼ਿਕਰ ਤੱਕ ਨਹੀਂ ਕੀਤਾ ਗਿਆ। ਨਾ ਮੋਹਾਲੀ, ਨਾ ਜ਼ੀਰਕਪੁਰ, ਨਾ ਲਾਂਡਰਾ, ਨਾ ਖਰੜ, ਇਹਨਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਔਰ ਜਦਕਿ ਸਭ ਤੋਂ ਵੱਧ ਰਾਹਤ ਦੀ ਜ਼ਰੂਰਤ ਇਸ ਏਰੀਆ ਨੂੰ ਸੀ। ਪੰਜਾਬ ਦੇ ਵਿੱਚ ਸਭ ਤੋਂ ਵੱਧ ਫਲੈਟ ਜਿਹੜੇ ਬਣੇ ਨੇ ਉਹ ਇਸ ਏਰੀਆ ਦੇ ਬਣੇ ਨੇ। ਪੰਜਾਬ ਦੇ ਵਿੱਚ ਸਭ ਤੋਂ ਵੱਧ ਰਜਿਸਟਰੀਆਂ ਪ੍ਰਭਾਵਿਤ ਹੋਈਆਂ ਨੇ ਤਾਂ ਇਸ ਏਰੀਆ ਦੇ ਪ੍ਰਭਾਵਿਤ ਹੋਈਆਂ ਨੇ। ਪੰਜਾਬ ਦੇ ਵਿੱਚ ਸਭ ਤੋਂ ਵੱਧ ਰੈਵਨਿਊ ਜਿਹੜਾ ਰਜਿਸਟਰੀਆਂ ਦਾ ਜਾਂਦਾ ਸੀਗਾ ਇਸ ਪੂਰੇ ਖਿੱਤੇ ਦੇ ਵਿੱਚੋਂ ਜਾਂਦਾ ਸੀਗਾ, ਪਰ ਇਸ ਪੂਰੇ ਖਿੱਤੇ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ। ਇਹਨਾਂ ਨੂੰ ਹਾਲੇ ਵੀ NOC ਦੀ ਜ਼ਰੂਰਤ ਪਏਗੀ। ਇਹ ਇੱਕ ਅਚੰਭੇ ਵਾਲੀ ਗੱਲ ਜ਼ਰੂਰ ਲੱਗ ਰਹੀ ਹੈ। ਜਿੰਨੇ ਵੀ ਰੀਅਲ ਇਸਟੇਟ ਨਾਲ ਜੁੜੇ ਹੋਏ ਲੋਕ ਨੇ, ਜਿੰਨੇ ਪ੍ਰਾਪਰਟੀ ਨਾਲ ਜੁੜੇ ਹੋਏ ਲੋਕ ਨੇ, ਔਰ ਖਾਸ ਤੌਰ ਤੇ ਉਹ ਲੋਕ ਜਿਨ੍ਹਾਂ ਨੇ ਇਨਵੈਸਟਮੈਂਟ ਕਰ ਚੁੱਕੇ ਨੇ, ਜਿਹੜੇ ਲੋਕ ਆਪਣੇ ਫਲੈਟ ਖਰੀਦ ਚੁੱਕੇ ਨੇ ਪਰ ਰਜਿਸਟਰੀਆਂ ਨਹੀਂ ਹੋਣ ਕਰਕੇ ਉਹ ਰੁਕੇ ਹੋਏ ਨੇ, ਉਹਨਾਂ ਵਾਸਤੇ ਵੀ ਇਹ ਅਚੰਭੇ ਵਾਲੀ ਗੱਲ ਹੈ ਕਿ ਇਸ ਸਾਰੀ ਲਿਸਟ ਦੇ ਵਿੱਚੋਂ ਮੋਹਾਲੀ, ਜ਼ੀਰਕਪੁਰ, ਲਾਂਡਰਾ, ਖਰੜ ਨੂੰ ਸ਼ਾਮਲ ਕਿਉਂ ਨਹੀਂ ਕੀਤਾ ਗਿਆ, ਇਸ ਏਰੀਆ ਨੂੰ ਕਿਉਂ ਅੱਖੋਂ ਪਰੋਖੇ ਕੀਤਾ ਗਿਆ। ਇਹ ਇੱਕ ਅਚੰਭੇ ਵਾਲੀ ਗੱਲ ਜ਼ਰੂਰ ਹੈ, ਕਿਉਂਕਿ ਇਹ ਸਾਰੇ ਏਰੀਆ ਜਿਹੜੇ ਨੇ ਉਹ ਪੰਜਾਬ ਦੇ ਕਮਾਊ ਪੁੱਤ ਨੇ। ਇੱਥੋਂ ਕਰੋੜਾਂ ਰੁਪਏ ਦੀ ਰਜਿਸਟ੍ਰੇਸ਼ਨ ਫੀਸ ਹੈ ਜਿਹੜੀ ਉਹ ਪੰਜਾਬ ਸਰਕਾਰ ਦੇ ਖਾਤੇ ਦੇ ਵਿੱਚ ਜਾਂਦੀ ਸੀ। ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਇਸ ਏਰੀਆ ਨੂੰ ਜਿਹੜਾ ਉਹ ਅੱਖੋਂ ਪਰੋਖੇ ਕੀਤਾ ਗਿਆ। ਵਿਕਾਸ ਅਥਾਰਟੀ ਜਾਂ ਲੋਕਲ ਬੋਡੀ ਦੇ ਅਧਿਕਾਰ ਖੇਤਰ 'ਚ ਆਉਣ ਵਾਲੀਆਂ ਜਾਇਦਾਦਾਂ ਦੀ ਰਜਿਸਟਰੀ ਲਈ NOC ਲਾਜ਼ਮੀ ਕਰ ਦਿੱਤੀ ਗਈ ਸੀ ਸਰਕਾਰ ਵੱਲੋਂ। ਸਰਕਾਰ ਦਾ ਉਕਤ ਫੈਸਲਾ ਪਿੰਡਾਂ ਦੀ ਰੈਵਨਿਊ ਲੈਂਡ ਉੱਪਰ ਵੀ
ਲਾਗੂ ਹੋਵੇਗਾ। ਹੁਣ ਇੱਕ ਹੋਰ ਤੁਹਾਨੂੰ ਚੀਜ਼ ਦੱਸਦੇ ਹਾਂ ਕਿ ਨੁਕਸਾਨ ਕਿਸ ਦਾ ਹੋ ਰਿਹਾ। ਇਹ ਸ਼ਾਇਦ ਸੋਚ ਰਹੇ ਹੋਣਗੇ, ਸਰਕਾਰ ਜ਼ਰੂਰ ਸੋਚ ਰਹੀ ਹੋਏਗੀ ਕਿ ਇਹਦੇ ਵਿੱਚ ਪ੍ਰਾਪਰਟੀ ਡੀਲਰਾਂ ਦਾ ਨੁਕਸਾਨ ਹੈ, ਰੀਅਲ ਏਸਟੇਟ ਵਾਲਿਆਂ ਦਾ ਨੁਕਸਾਨ ਹੋ ਰਿਹਾ, ਪਰ ਕਈ ਗੁਣਾ ਵੱਧ ਪੰਜਾਬ ਸਰਕਾਰ ਦਾ ਨੁਕਸਾਨ ਹੋ ਰਿਹਾ। ਕੈਗ ਦੀ ਰਿਪੋਰਟ, ਨਵੰਬਰ ਦੀ ਕੈਗ ਦੀ ਰਿਪੋਰਟ ਕੀ ਕਹਿੰਦੀ ਹੈ, ਧਿਆਨ ਨਾਲ ਸੁਣਿਓ। ਨਵੰਬਰ ਦੀ ਕੈਗ ਦੀ ਰਿਪੋਰਟ ਕਹਿੰਦੀ ਹੈ ਕਿ ਰਜਿਸਟਰੀਆਂ ਬੰਦ ਹੋਣ ਕਾਰਨ ਪੰਜਾਬ ਸਰਕਾਰ ਨੂੰ ਨਵੰਬਰ ਦੇ ਵਿੱਚ 22% ਰੈਵਨਿਊ ਘੱਟ ਮਿਲਿਆ। 22% ਰੈਵਨਿਊ ਘੱਟ ਹੋਣਾ, ਜਿਹੜੀ ਕਿ ਰਕਮ ਦੀ ਗੱਲ ਕਰੀਏ ਤਾਂ ਕਰੋੜਾਂ ਰੁਪਏ ਦੀ ਇਹ ਰਕਮ ਬਣਦੀ ਹੈ। ਇਹ ਕਰੋੜਾਂ ਰੁਪਏ ਜਿਹੜੇ ਪੰਜਾਬ ਸਰਕਾਰ ਦੇ ਖਾਤੇ ਦੇ ਵਿੱਚ ਜਾਣੇ ਸੀ, ਸਿਰਫ ਇਸ ਕਰਕੇ ਨਹੀਂ ਗਏ ਕਿਉਂਕਿ ਰਜਿਸਟਰੀਆਂ ਦਾ ਕੰਮ ਬੰਦ ਪਿਆ ਔਰ ਇਹਨਾਂ ਦੇ ਵਿੱਚੋਂ ਮੋਟਾ ਹਿੱਸਾ ਜਿਹੜਾ ਇਹ ਮੋਹਾਲੀ, ਜ਼ੀਰਕਪੁਰ, ਲਾਂਡਰਾ, ਖਰੜ ਇਸ ਏਰੀਆ ਦੇ ਵਿੱਚੋਂ ਜਾਣਾ ਸੀਗਾ, ਜੋ ਨਹੀਂ ਹੋਇਆ। ਹੁਣ ਪ੍ਰਾਪਰਟੀ ਡੀਲਰ ਨੇ ਜਿਹੜੇ ਇਸ ਪੂਰੇ ਏਰੀਆ ਦੇ, ਉਹ ਪਹਿਲਾਂ ਹੀ ਸੜਕਾਂ ਤੇ ਨੇ, ਉਹ ਵਿਰੋਧ ਕਰ ਰਹੇ ਨੇ ਸਰਕਾਰ ਦਾ ਕਿ ਇਹ NOC ਵਾਲਾ ਝਮੇਲਾ ਖਤਮ ਕੀਤਾ ਜਾਵੇ, ਰਜਿਸਟਰੀਆਂ ਦਾ ਕੰਮ ਸੁਖਾਲਾ ਕੀਤਾ ਜਾਵੇ। ਇਸ ਤੋਂ ਇਲਾਵਾ ਹਲੇ ਹੋਰ ਜਿਹੜਾ ਇੱਕ ਵੱਡੀ ਤਲਵਾਰ ਉਹਨਾਂ ਦੇ ਸਿਰ ਤੇ ਲਟਕ ਰਹੀ ਹੈ ਕਿ ਪਰ ਫਲੈਟ ਨਕਸ਼ਾ ਤੁਸੀਂ ਪਾਸ ਕਰਾਓ, ਉਹ ਹਲੇ ਜਿਉਂ ਦਾ ਤਿਉਂ ਹੀ ਆ। ਉਸ ਬਾਰੇ ਸਰਕਾਰ ਨੇ ਹਲੇ ਤੱਕ ਕੋਈ ਫੈਸਲਾ ਨਹੀਂ ਕੀਤਾ, ਆਪਣਾ ਫੈਸਲਾ ਉਸੇ ਤਰ੍ਹਾਂ ਉਹਨਾਂ ਨੇ ਕਾਇਮ ਰੱਖਿਆ ਹੋਇਆ। ਪਰ ਇਹ ਬੜੀ ਹੈਰਾਨਗੀ ਦੀ ਗੱਲ ਹੈ ਕਿ ਇਸ ਪੂਰੇ ਏਰੀਏ ਨੂੰ NOC ਦੀ ਛੋਟ ਤੋਂ ਵੱਖਰਾ ਕਿਉਂ ਕੀਤਾ ਗਿਆ, ਕਿਉਂ ਨਹੀਂ ਇਹਨਾਂ ਨੂੰ ਛੋਟ ਦਿੱਤੀ ਗਈ, ਜਦਕਿ ਮੋਟਾ ਰੈਵਨਿਊ ਇੱਥੋਂ ਹੀ ਜਾਣਾ ਸੀਗਾ। ਇਹ ਜਿਹੜੀ ਕੈਗ ਦੀ ਰਿਪੋਰਟ ਹਰ ਮਹੀਨੇ ਆਉਂਦੀ ਹੁੰਦੀ ਹੈ, ਉਹ ਕੈਗ ਦੀ ਰਿਪੋਰਟ ਦੱਸਦੀ ਹੈ ਕਿ ਤੁਸੀਂ ਜਿੱਥੇ ਜਿੱਥੇ ਟੀਚਾ ਮਿੱਥਿਆ ਹੋਇਆ ਸੀਗਾ, ਕਿੱਥੇ ਤੁਹਾਨੂੰ ਫਾਇਦਾ ਹੋ ਰਿਹਾ, ਕਿੱਥੇ ਨੁਕਸਾਨ ਹੋ ਰਿਹਾ। ਇਸ ਕੈਗ ਦੀ ਰਿਪੋਰਟ ਦੇ ਵਿੱਚ ਹੋਰਨਾਂ ਥਾਵਾਂ ਤੇ ਊਚ ਨੀਚ ਹੈਗੀ ਹੈ 2-4% ਦੀ, ਪਰ ਇੱਥੇ ਰੈਵਨਿਊ ਦੇ ਵਿੱਚ ਜਿਹੜਾ ਸਟੈਂਪ ਡਿਊਟੀ ਦੇ ਵਿੱਚ 22% ਦਾ ਫਰਕ ਤੈਅ ਕੀਤਾ ਗਿਆ ਕਿ ਪਿਛਲੇ ਸਾਲ ਨਾਲੋਂ, ਪਿਛਲੇ ਮਹੀਨੇ ਨਾਲੋਂ ਤੁਹਾਡਾ 22% ਰੈਵਨਿਊ ਘਟ ਗਿਆ। ਸਰਕਾਰ ਨੂੰ ਹੁਣ ਜ਼ੋਰ ਲਗਾਉਣਾ ਪਏਗਾ ਇਸ ਕੰਮ ਦੇ ਉੱਤੇ, ਕਿਉਂਕਿ ਪਹਿਲਾਂ ਹੀ ਖਜ਼ਾਨੇ ਦੀ ਹਾਲਤ ਬੜੀ ਪਤਲੀ ਹੈ ਔਰ ਇੱਥੋਂ ਹੀ ਮੋਟਾ ਮਾਲੀਆ ਆਉਣਾ। ਜੇ NOC ਇਸ ਪੂਰੇ ਏਰੀਆ ਨੂੰ ਨਾ ਦਿੱਤੀ ਗਈ, ਜੇ NOC ਤੋਂ ਛੋਟ ਨਾ ਦਿੱਤੀ ਗਈ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਰੈਵਨਿਊ ਹੋਰ ਵੀ ਜ਼ਿਆਦਾ ਘਟ ਸਕਦਾ। ਸੋ ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਨਾਲ। ਧੰਨਵਾਦ।